ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰਮੁਖ ਪਿਆਰਿਓ, ਹਰ ਰੋਜ਼ ਦੀ ਤਰ੍ਹਾਂ ਸੰਗਤ ਰੂਪ ਦੇ ਵਿੱਚ ਜੁੜ ਕੇ ਆਪਾਂ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਬਾਣੀ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ ਦੀ ਵਿਚਾਰ ਕਰ ਰਹੇ ਹਾਂ। ਵਿਚਾਰਦੇ ਸੀ ਕੱਲ੍ਹ ਆਪਾਂ ਕਿ ਜਦੋਂ ਮਨ ਹਰੀ ਦੇ ਨਾਲ ਰਤਿਆ ਜਾਂਦਾ ਹੈ, ਜੋਤ ਜੋਤ 'ਚ ਸਮਾ ਜਾਂਦੀ ਹੈ, ਤੇ ਫਿਰ ਮਤ ਉੱਤਮ ਹੋ ਜਾਂਦੀ ਹੈ ਤੇ ਮਨ ਨਿਰਮਲ ਹੋ ਜਾਂਦਾ ਹੈ, ਕਿਉਂਕਿ ਨਿਰਮਲ ਹੋ ਕੇ ਹੀ ਸਮਾ ਸਕਦਾ ਹੈ ਮਾਲਕ ਦੇ ਵਿੱਚ। ਹਰ ਸੰਗ ਰਾਤੇ ਮਤ ਉੱਤਮ ਹੋਏ, ਹਰ ਸੰਗ ਰਾਤੇ ਨਿਰਮਲ ਸੋਏ। ਉਹੀ ਨਿਰਮਲ ਨੇ ਜਿਹੜੇ ਹਰੀ 'ਚ ਰਤੇ, ਕਿਉਂਕਿ ਨਿਰਮਲ ਹੋ ਕੇ ਹੀ ਰਤਿਆ ਜਾਂਦਾ ਹੈ। ਇੱਕ ਰੂਪ ਹੋ ਸਕਦੇ ਹਾਂ, ਜਿਵੇਂ ਭਗਤਾਂ ਨੇ ਜਦੋਂ ਮਨ ਨਿਰਮਲ ਹੋ ਗਿਆ ਤੇ ਫਿਰ ਉਹਨਾਂ ਦੇਖਿਆ ਕਿ ਹੁਣ ਅਸੀਂ ਇੱਕ ਰੂਪ ਹੋ ਗਏ ਹਾਂ। ਰਾਮ ਕਬੀਰਾ ਏਕ ਭਏ, ਕੋਇ ਨਾ ਸਕੈ ਪਛਾਣ। ਬੇਕ ਹੋ ਗਏ ਹਾਂ। ਕਹੋ ਨਾਨਕ ਤਿਨ ਕੋ ਬਲ ਜਾਈ, ਜਿਨ ਕੋ ਪ੍ਰਭ ਮੇਰਾ ਬਿਸਰਤ ਨਾਹੀ। ਜਿਨ੍ਹਾਂ ਨੂੰ ਪ੍ਰਭੂ ਵਿਸਰਦਾ ਨਹੀਂ ਹੈ, ਉਹਨਾਂ ਤੋਂ ਮਰ ਸਮਝਾਉਂਦੇ ਬਲਿਹਾਰੇ ਜਾਈਏ, ਜਿਹੜੇ ਉਹਦੇ 'ਚ ਰਤੇ ਨੇ। ਇੱਥੇ ਤੱਕ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਆਓ ਅਗਲਾ ਸ਼ਬਦ ਵਿਚਾਰਦੇ ਹਾਂ। ਗੌੜੀ ਰਾਗ ਦੇ ਵਿੱਚ ਹੀ ਮਹੱਲੇ ਪੰਜਵੇਂ ਦਾ ਸ਼ਬਦ ਹੈ। ਰਹੁ ਪੰਕਤੀਆਂ ਨੇ। ਖੇਮ ਭਇਆ ਕੁਸ਼ਲ ਕਰ ਆਏ, ਭੇਟਤ ਸਾਧ ਸੰਗ ਪਤਿਆਏ। ਭੇਟਤ ਸਾਧ ਸੰਗ ਗਈ ਬਲਾਏ। ਬਈ ਆਨੰਦ ਪ੍ਰਾਪਤ ਹੋ ਗਿਆ ਜਦੋਂ ਮਨ ਸਹਿਜ ਘਰ ਦੇ ਵਿੱਚ ਆਇਆ, ਜਿਹੜਾ ਸਾਡਾ ਜਿੱਥੇ ਕੁਸ਼ਲ ਮੰਗਲ ਹੈ, ਜਿੱਥੇ ਕੁਸ਼ਲ ਹੈ, ਜਿੱਥੇ ਸਦਾ ਆਨੰਦ ਹੈ, ਸੁੱਖ ਹੈ। ਕੁਸ਼ਲ ਵੀ ਉਸ ਨੂੰ ਕਹਿ ਦਿੰਦੇ ਹਾਂ, ਆਨੰਦ ਖੇਮ ਵੀ ਕਹਿ ਦਿੰਦੇ ਹਾਂ। ਖੇਮ ਕੁਸ਼ਲ ਵੀ ਉਸ ਘਰ ਵਿੱਚ ਆ ਕੇ ਫਿਰ ਮਨ ਆਨੰਦ ਵਿੱਚ ਆ ਗਿਆ। ਪਰ ਆਇਆ ਕਿਵੇਂ? ਸਾਧੂ ਜਨਾਂ ਦਾ ਸੰਗ ਕੀਤਾ। ਅਤੇ ਜਿਹੜੀ ਬਲਾ ਸੀ, ਜਿਹੜਾ ਮਨ ਪਹਿਲਾਂ ਭਰਮ ਦੇ ਵਿੱਚ ਪਿਆ ਸੀ, ਦੁਚਿੱਤੀ 'ਚ ਸੀ, ਅਤੇ ਮਾਇਆ ਨੂੰ ਦੇ ਨਾਲ ਜੁੜਿਆ ਸੀ, ਤ੍ਰੈ ਗੁਣਾਂ ਦੇ ਨਾਲ ਜੁੜਿਆ ਸੀ। ਅਤੇ ਜਦੋਂ ਤ੍ਰੈ ਗੁਣਾਂ ਨੂੰ ਛੱਡ ਕੇ ਨਿਜ ਮਹਿਲ ਦੇ ਵਿੱਚ ਆਇਆ, ਥਿਰ ਘਰ ਵਿੱਚ ਆਇਆ, ਜਿੱਥੇ ਫਿਰ ਆਨੰਦ ਹੈ, ਉੱਥੋਂ ਆਨੰਦ ਹੀ ਆਨੰਦ ਪ੍ਰਾਪਤ ਹੋਇਆ। ਕਿਉਂਕਿ ਚੌਥੇ ਪਦ ਦਾ ਗਿਆਨ ਜਿਹੜਾ ਹੈ, ਜਿਸ ਨੂੰ ਆਪਾਂ ਭੁੱਲੇ ਹਾਂ, ਉਹ ਫਿਰ ਸਾਧੂ ਜਨਾਂ ਦਾ ਸੰਗ ਕਰਕੇ ਸਾਨੂੰ ਪਤਾ ਚੱਲਦਾ ਹੈ। ਸਾਧੂ ਜਨਾਂ ਦਾ ਸੰਗ ਕਰਕੇ ਸਾਨੂੰ ਚਾਰ ਪਦਾਰਥ ਪ੍ਰਾਪਤ ਹੋ ਜਾਂਦੇ ਨੇ। ਸੁਖਮਨੀ ਸਾਹਿਬ ਦੇ ਵਿੱਚ ਮਹਾਰਾਜ ਸਮਝਾਉਂਦੇ ਨੇ ਕਿ ਜੇ ਸਾਨੂੰ
ਚਾਰ ਪਦਾਰਥ ਚਾਹੀਦੇ ਨੇ, ਤਾਂ ਆਪਾਂ ਸਾਧੂ ਜਨਾਂ ਦੀ ਸੇਵਾ ਲੱਗਣਾ ਹੈ। ਸੇਵਾ ਕੋਈ ਸਾਧੂ ਸਰੀਰ ਨਹੀਂ ਹੁੰਦਾ, ਕਿ ਉਹਨਾਂ ਦੀ ਸੇਵਾ ਕੀ ਹੁੰਦੀ, ਕਿ ਉਹਨਾਂ ਦੇ ਨਾਲ ਬੈਠ ਕੇ ਪ੍ਰਭੂ ਦੇ ਨਾਮ ਨੂੰ ਧਿਆਉਣਾ। ਇਹ ਸੇਵਾ ਹੈ ਸਾਧੂ ਸੰਤਾਂ ਦੀ। ਸੰਤ ਕੀ ਸੇਵਾ ਨਾਮ ਧਿਆਈਐ, ਵੀ ਉਹਨਾਂ ਦੀ ਸੇਵਾ ਦੇ ਵਿੱਚ ਲੱਗੇ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ। ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸਰਨੀ ਪਰੈ। ਜਨਮ ਮਰਨ ਦਾ ਡਰ ਹੈ, ਉਹਨਾਂ ਦੀ ਸ਼ਰਨ ਜਾਓ, ਉਹ ਸਾਨੂੰ ਸੇਵਾ 'ਚ ਲਾਉਣਗੇ, ਨਾਮ ਧਿਆਉਣ ਦੇ ਵਿੱਚ ਲਾਉਣਗੇ। ਅਤੇ ਨਾਮ ਧਿਆਉਣ ਦੇ ਨਾਲ ਸਾਡਾ ਜਿਹੜਾ, ਨਾਲੇ ਤਾਂ ਸਾਨੂੰ ਚੌਥਾ ਪਦਾਰਥ ਮਿਲ ਗਿਆ ਜਿਹੜਾ ਨਾਮ ਸੀ, ਜਿਹਨੂੰ ਆਪਾਂ ਵਿਛੜੇ ਸੀ, ਅਤੇ ਨਾਲੇ ਸਾਡਾ ਜਨਮ ਮਰਨ ਦਾ ਗੇੜ ਖਤਮ ਹੋ ਜਾਂਦਾ ਹੈ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਕਿ ਫਿਰ ਇਹ ਜਿਹੜੀ ਬਲਾ ਹੈ ਉਹ ਸਾਡੀ ਖਤਮ ਹੋ ਜਾਂਦੀ ਹੈ, ਮਾਇਆ ਦੀ, ਤ੍ਰੈ ਗੁਣਾਂ ਦੀ, ਅਤੇ ਨਾਮ ਦੇ ਨਾਲ ਜੀਵ ਜੁੜ ਜਾਂਦਾ ਹੈ। ਖੇਮ ਪਿਆ ਕੁਸ਼ਲ ਕਰ ਆਏ, ਭੇਟਤ ਸਾਧ ਸੰਗ ਗਈ ਬਲਾਏ। ਵੀ ਇਹ ਬਲਾ ਖਤਮ ਹੋ ਗਈ। ਜਿੱਥੇ ਅਸੀਂ ਉਲਝੇ ਸੀ, ਭਰਮ ਵਿੱਚ ਸੀ, ਜਾਂ ਆਪਾਂ ਬਹੁਤ ਸਾਰੇ ਕਰਮ ਕਾਂਡਾਂ ਦੇ ਵਿੱਚ ਜੀ ਪਿਆ, ਉਹ ਸਾਰੇ ਫਿਰ ਖਤਮ ਹੋ ਜਾਂਦੇ ਨੇ। ਆਓ ਸ਼ਬਦ ਸ਼ੁਰੂ ਕਰਦੇ ਹਾਂ, ਕਿਉਂਕਿ ਇਹ ਫਿਰ ਸਾਰਾ ਸ਼ਬਦ ਜਿਹੜਾ ਹੈ ਇਹ ਰਹੋ ਪੰਕਤੀਆਂ ਨੂੰ ਵਿਸਥਾਰ ਕਰਦਾ ਹੈ। ਉਦਮ ਕਰਤ ਸੀਤਲ ਮਨ ਪਏ, ਮਾਰਗ ਚਲਤ ਸਗਲ ਦੁਖ ਗਏ। ਹੁਣ ਸਾਧੂ ਜਨਾਂ ਦਾ ਸੰਗ ਕੀਤਾ, ਤੇ ਸਾਧੂ ਜਨ ਕੀ ਕਰਦੇ ਨੇ? ਸਾਨੂੰ ਉਦਮ ਦੱਸਦੇ ਨੇ ਵੀ ਆਹ ਉਦਮ ਕਰਨਾ ਹੈ, ਜਿਹਦੇ ਨਾਲ ਮਨ ਸੀਤਲ ਹੁੰਦਾ ਹੈ। ਉਦਮ ਕਿਹੜਾ ਕਰਨਾ ਹੁੰਦਾ ਹੈ? ਕਿ ਪ੍ਰਭੂ ਦੇ ਮਾਰਗ 'ਤੇ, ਗੋਬਿੰਦ ਮਾਰਗ 'ਤੇ ਚੱਲਣਾ ਹੈ। ਜਾਂ ਮਾਰਗ ਨੂੰ ਛੱਡ ਦੇਣਾ ਹੈ ਜਿੱਧਰ ਬਲਾ ਹੈ, ਅਤੇ ਗੋਬਿੰਦ ਮਾਰਗ 'ਤੇ ਚੱਲਣਾ ਹੈ। ਇਸ ਮਾਰਗ 'ਤੇ ਚੱਲਣ ਦੇ ਨਾਲ ਮਨ ਦੇ ਜਿਹੜੇ ਦੁੱਖ ਨੇ, ਜਿਹੜੀ ਬਲਾ, ਉਹ ਖਤਮ ਹੋ ਜਾਂਦੀ ਹੈ, ਅਤੇ ਮਨ ਸੀਤਲ ਹੋ ਜਾਂਦਾ ਹੈ। ਇਹ ਉਦਮ ਆਪਾਂ ਨੂੰ ਆਪ ਕਰਨਾ ਪੈਣਾ ਹੈ। ਇੱਕ ਵਾਰੀ ਆਪਾਂ ਸਮਝ ਲੈਂਦੇ ਸੰਗਤ ਦੇ ਵਿੱਚ ਵੀ ਕਰਨਾ ਕੀ ਹੈ, ਅਤੇ ਕਰਨਾ ਆਪ ਪੈਣਾ ਹੈ। ਉਦਮ ਆਪਣਾ ਹੈ। ਆਪਾਂ ਸਦਾ ਉਸ ਨੂੰ ਜਾਣਨਾ ਹੈ, ਉਸ ਨੂੰ ਦੇਖਣਾ ਹੈ। ਜਿਨ੍ਹਾਂ ਦੀ ਡਿਊਟੀ ਉਸ ਦਾ ਗਿਆਨ ਦੇਣ ਦੀ ਹੈ, ਉਹਨਾਂ ਨੇ ਗਿਆਨ ਦੇਣਾ ਹੈ, ਦੂਜਿਆਂ ਨੇ ਸੁਣਨਾ ਹੈ। ਜਿਵੇਂ ਸੰਗਤ ਨੂੰ ਸਕੂਲ ਕਿਹਾ ਗੁਰਬਾਣੀ ਦੇ ਵਿੱਚ, ਸਤਿਗੁਰ ਦਾ। ਜਿਵੇਂ ਆਪਾਂ ਦੇਖਦੇ ਸਕੂਲ ਦੇ ਵਿੱਚ ਟੀਚਰ ਪੜ੍ਹਾਉਂਦਾ ਹੈ, ਬੱਚੇ ਸੁਣਦੇ ਨੇ। ਇੱਦਾਂ ਹੀ ਸੰਗਤ ਦੇ ਵਿੱਚ ਇੱਕ ਜੀਵ ਜਿਸ ਨੂੰ ਮਾਲਕ ਡਿਊਟੀ ਲਾਉਂਦਾ ਹੈ, ਉਹ ਸਾਨੂੰ ਗਿਆਨ ਦਿੰਦਾ ਹੈ, ਦੂਜੇ ਉਸ ਨੂੰ ਸੁਣਦੇ ਨੇ। ਇੱਦਾਂ ਸਮਝਾਉਂਦੇ ਨੇ ਵੀ ਫਿਰ ਸਗਲ ਉਦਮ ਹੈ, ਉਦਮ ਭਲਾ ਹਰ ਕੋ ਨਾਮ ਜਪੋ ਜੀ ਸਦਾ। ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਣ ਰਸਨ ਬਖਾਣੀ। ਹਰੀ ਦਾ ਜਸ ਨੂੰ ਸੁਣਨਾ। ਕਿਹੜਾ ਜਸ? ਜਿਹੜਾ ਸਾਧੂ ਜਨ ਰਸਨਾ ਦੁਆਰਾ ਸਾਨੂੰ ਦੱਸਦੇ ਨੇ, ਉਸ ਨੂੰ ਸੁਣਨਾ ਹੈ, ਫਿਰ ਉਸ ਨੂੰ ਕਮਾਉਣਾ ਹੈ, ਅਤੇ ਫਿਰ ਮਨ ਸੀਤਲ ਹੁੰਦਾ ਹੈ। ਉਦਮ ਕਰਤ ਸੀਤਲ ਮਨ ਭਏ, ਮਾਰਗ ਚਲਤ ਸਗਲ ਦੁਖ ਗਏ। ਨਾਮ ਜਪਤ ਮਨ ਭਏ ਆਨੰਦ। ਫਿਰ ਮਨ ਆਨੰਦ ਵਿੱਚ ਆਉਂਦਾ ਹੈ, ਮਨ ਨੂੰ ਜਪਦਾ ਹੈ, ਮਨ ਜਪਦਾ ਹੈ ਨਾਮ ਨੂੰ। ਰਸ ਗਾਏ ਗੁਣ ਪਰਮਾਨੰਦ। ਫਿਰ ਉਸ ਦੇ ਗੁਣ ਗਾਉਂਦਾ ਹੈ ਪਰਮਾਨੰਦ ਦੇ। ਉਹ ਰਸ ਹੈ, ਸ਼ਬਦ ਦਾ ਰਸ ਹੈ। ਪਰ ਕਦੋਂ ਗਾਉਂਦਾ ਹੈ? ਪਹਿਲਾਂ ਆਪ ਉਦਮ ਕਰਦਾ ਹੈ, ਪਹਿਲਾਂ ਆਪਣਾ ਮਨ ਸੀਤਲ ਹੁੰਦਾ ਹੈ, ਮਾਰਗ 'ਤੇ ਚੱਲਦਾ ਹੈ, ਘਰ ਦੇ ਵਿੱਚ ਵਾਸਾ ਹੁੰਦਾ ਹੈ, ਕਿਉਂਕਿ ਉੱਥੇ ਬੈਠ ਕੇ ਹੀ ਗੁਣ ਗਾਏ ਜਾਂਦੇ ਨੇ। ਜੇ ਸਾਡਾ ਧਿਆਨ ਮਾਇਆ 'ਚ ਭਟਕਦਾ ਹੈ,
ਫਿਰ ਆਪਾਂ ਪ੍ਰਭੂ ਦੇ ਗੁਣ ਨਹੀਂ ਗਾ ਸਕਦੇ, ਕਿਉਂਕਿ ਪ੍ਰਭੂ ਦੇ ਉਸਤਤ ਜਿਹੜੀ ਹੈ ਇਹ ਸਾਡੀ ਤਾਂ ਹੀ ਕੀਤੀ ਸਫਲ ਹੈ ਜੇ ਅਸੀਂ ਇਕਾਗਰ ਚਿੱਤ ਹੋ ਕੇ ਉਹਦੀ ਉਸਤਤ ਕਰਦੇ ਹਾਂ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਵਸੈ ਸੋ ਹੋਤ ਨਿਧਾਨ। ਸਰਵ ਇੱਛਾ ਤਾਂ ਕਿ ਪੂਰਨ ਹੋਏ, ਫਿਰ ਇੱਛਾ ਪੂਰੀ ਹੁੰਦੀ ਹੈ। ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਪ੍ਰਧਾਨ ਪੁਰਖ। ਪ੍ਰਭੂ ਦਾ ਸਿਮਰਨ ਕਰਦਾ ਹੈ, ਕਿਉਂਕਿ ਪ੍ਰਭੂ ਦਾ ਸਿਮਰਨ ਕਰਦਾ ਉਸ ਨੂੰ ਪ੍ਰਧਾਨ ਕਿਹਾ ਹੈ। ਉਹ ਪ੍ਰਵਾਨ ਹੈ ਉਸ ਮਾਲਕ ਦੇ ਦਰ 'ਤੇ। ਪ੍ਰਭੂ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭੂ ਕੋ ਸਿਮਰੈ ਸੇ ਪੁਰਖ ਪ੍ਰਧਾਨ। ਇਸ ਕਰਕੇ ਸਮਝਾਉਂਦੇ ਨੇ ਸਤਿਗੁਰੂ ਜੀ ਬਈ ਜਦੋਂ ਫਿਰ ਮਨ ਆਨੰਦ ਵਿੱਚ ਜਾਂਦਾ ਹੈ, ਉਸ ਘਰ ਵਿੱਚ ਵਸਦਾ ਹੈ ਜਿੱਥੇ ਆਨੰਦ ਹੀ ਆਨੰਦ ਹੈ, ਫਿਰ ਉੱਥੇ ਉਸ ਦੇ ਰਸ ਨੂੰ ਮਾਣਦਾ ਹੈ, ਉਸ ਦੇ ਗੁਣ ਗਾਉਂਦਾ ਹੈ। ਪਰਮਾਨੰਦ ਦੇ ਆਪ ਗਵਾਉਂਦਾ ਹੈ। ਇੱਥੇ ਇਹ ਬਹੁਤ ਜ਼ਰੂਰੀ ਹੈ ਸਮਝਣਾ ਕਿ ਆਪ ਗਵਾਏਗਾ ਫਿਰ ਆਪਾਂ ਗਾਵਾਂਗੇ। ਜਦ ਤੱਕ ਉਹ ਗਵਾਉਂਦਾ ਨਹੀਂ ਆਪਾਂ ਗਾਵਾਂਗੇ ਤੇ ਉਹ ਮਾਲਕ ਨੂੰ ਨਹੀਂ ਪਾਉਂਦਾ। ਜੇ ਉਹਨੂੰ ਪਾਉਂਦਾ ਹੈ, ਉਹਦੇ ਹੁਕਮ ਦੇ ਵਿੱਚ ਗਾਉਂਦੇ ਹਾਂ, ਫਿਰ ਸਾਨੂੰ ਉਸ ਦਾ ਫਲ ਮਿਲਦਾ ਹੈ। ਤੁਧ ਭਾਵਾ ਜਾਂ ਤੁਧ ਭਾਵਾਂ ਤਦ ਹੀ ਗਾਵਾਂ, ਤਾਂ ਗਾਵੇ ਕਾ ਫਲ ਪਾਵਾਂ। ਗਾਵੇ ਕਾ ਫਲ ਹੋਈ, ਜਾਂ ਆਪੇ ਮਿਲਿਆ ਆਪੇ ਦੇਵੇ ਸੋਈ। ਆਪ ਦਿੰਦਾ ਹੈ, ਆਪ ਗਿਆਨ ਕਰਵਾਉਂਦਾ ਹੈ, ਫਿਰ ਆਪਾਂ ਉਹਨੂੰ ਗਾਉਂਦੇ ਹਾਂ। ਫਿਰ ਆ ਗਿਆਨ ਇਹ ਨਹੀਂ ਵੀ ਆਪਾਂ ਵਿਚਾਰ ਕਰ ਸਕਦੇ, ਲੇਕਿਨ ਜਿਹੜਾ ਇਹ ਗੁਰ ਹੈ ਇਹ ਆਪਾਂ ਤਾਂ ਹੀ ਦਿੰਦੇ ਜਦੋਂ ਉਹ ਸਾਨੂੰ ਹੁਕਮ ਕਰਦਾ ਹੈ। ਨੇਤਰ ਪੁਨੀਤ ਪੇਖਤ ਹੀ ਦਰਸ, ਜਿਹਦੇ ਦੁਆਰਾ ਫਿਰ ਨੇਤਰ ਪਵਿੱਤਰ ਹੋ ਜਾਂਦੇ। ਜਦੋਂ ਧਿਆਨ ਲਾ ਕੇ ਦਰਸ਼ਨ ਕਰਦੇ ਹਾਂ ਗੁਰ ਦੇ, ਤੇ ਇੱਕ ਦ੍ਰਿਸ਼ਟ ਹੋ ਜਾਂਦੇ, ਨੇਤਰ ਪੁਨੀਤ ਹੋ ਜਾਂਦੇ ਹਨ। ਤਨ ਉਹ ਮਸਤਕ, ਤਨ ਮਸਤਕ ਚਰਨ ਕਮਲ ਹੀ ਪਰਸ। ਉਹ ਮਸਤਕ ਧਨ ਨੇ ਜਿਹੜੇ ਉਸ ਪ੍ਰਭੂ ਦੇ ਚਰਨ ਕਮਲਾਂ ਨੂੰ ਪਰਸਦਾ ਹੈ। ਧਿਆਨ ਲਾਉਂਦੇ ਹਾਂ ਆਪਾਂ, ਨੇਤਰਾਂ ਨੂੰ ਸਮ ਕਰਦੇ ਹਾਂ, ਅੰਤਰਗਤ ਜਾਂਦੇ ਹਾਂ, ਤੇ ਫਿਰ ਕਿੱਥੇ ਤੱਕ ਜਾਂਦੇ ਹਾਂ? ਆਪਣਾ ਧਿਆਨ ਮਸਤਕ ਤੱਕ ਲੈ ਕੇ ਜਾਂਦੇ ਹਾਂ। ਲੇਕਿਨ ਪਹਿਲਾਂ ਪ੍ਰਭੂ ਦੇ ਚਰਨਾਂ ਨੂੰ ਪਰਸਦੇ ਹਾਂ, ਫਿਰ ਆਪਾਂ ਕਿੱਥੇ ਤੱਕ ਚਲੇ ਜਾਂਦੇ? ਮਸਤਕ ਤੱਕ, ਜਿੱਥੇ ਆਪਾਂ ਉਸ ਦਾ ਪ੍ਰਕਾਸ਼ ਰੂਪ ਨੂੰ ਦੇਖਦੇ ਹਾਂ, ਜਿੱਥੇ ਆਪਣਾ ਮੁਖ ਵੀ ਆਪਾਂ ਦੇਖ ਕੇ ਪ੍ਰਕਾਸ਼ ਰੂਪ ਹੁੰਦਾ ਹੈ, ਤੇ ਆਪਣਾ ਜਿਹੜਾ ਰੂਪ ਹੈ ਉਹਦਾ ਰੂਪ ਹੋ ਜਾਂਦਾ ਹੈ। ਜਿਵੇਂ ਆਪਾਂ ਕਿਸੇ ਬੰਦੇ ਦੇ ਪਹਿਲਾਂ ਪੈਰੀ ਹੱਥ ਲਾਈਏ, ਫਿਰ ਸਾਹਮਣੇ ਦੇਖੀਏ, ਫਿਰ ਮੁਖ ਵੱਲ ਦੇਖੀਏ, ਇੱਦਾਂ ਹੀ ਇਹ ਸਾਡਾ ਜਿਹੜਾ ਧਿਆਨ ਮਾਰਗ ਹੈ। ਪਹਿਲਾਂ ਚਰਨ ਕਮਲਾਂ ਨੂੰ ਪਰਸਦੇ ਹਾਂ, ਫਿਰ ਜਾ ਕੇ ਉੱਤੇ ਫਿਰ ਮਸਤਕ ਦੇ ਸਾਹਮਣੇ ਲੈ ਕੇ ਜਾਂਦੇ ਹਾਂ। ਇਹ ਸਾਰਾ ਫਿਰ ਤਨ ਹੈ। ਤਨ ਮਸਤਕ ਚਰਨ ਕਮਲ ਹੀ ਪਰਸ। ਉਹਦੇ ਚਰਨ ਕਮਲਾਂ ਨੂੰ ਪਰਸ ਕੇ ਸਾਡਾ ਮਸਤਕ ਵੀ ਤਨ ਹੋ ਜਾਂਦਾ ਹੈ। ਗੋਬਿੰਦ ਕੀ ਟਹਿਲ ਸਫਲ ਇਹ ਕਾਇਆ। ਗੋਬਿੰਦ ਦੀ ਸੇਵਾ ਕਰਨੀ ਨਾਲ ਇਹ ਸਾਡੀ ਜਿਹੜੀ ਸਰੀਰ ਹੈ, ਕਾਇਆ ਹੈ, ਇਹ ਸਫਲ ਹੋ ਜਾਂਦੀ ਹੈ, ਕਿਉਂਕਿ ਸਾਨੂੰ 10 ਦੁਆਰਾਂ ਦੀ ਕਾਇਆ ਦੀ ਸੋਝੀ ਹੋ ਜਾਂਦੀ ਹੈ। ਜਿੱਥੇ 9 ਦੁਆਰਾਂ ਦੀ ਕਾਇਆ ਜਿਹੜੀ ਇਹ ਨਾਸਵਾਨ ਹੈ, ਤੇ ਜਿਹੜੀ 10ਵੇਂ ਦੁਆਰ ਹੈ ਉਹ ਸਾਡੀ ਕੰਚਨ ਦੀ ਕਾਇਆ ਹੈ, ਉਹ ਅਵਿਨਾਸ਼ੀ ਕਾਇਆ ਹੈ। ਉਹ ਘਰ ਉਹ ਹੈ ਜਿਹੜਾ ਨਾਸ਼ ਨਹੀਂ ਹੁੰਦਾ। 9 ਦੁਆਰਾਂ ਦਾ ਸਰੀਰ ਨਾਸਵਾਨ ਹੈ। ਇਸ ਕਰਕੇ ਫਿਰ ਹੀ ਸਾਡੀ ਇਹ ਸਫਲ ਕਾਇਆ ਸਫਲ ਹੈ, ਜੇ ਆਪਾਂ ਆਪਣੀ ਕਾਇਆ ਦਾ, ਪੂਰੀ ਕਾਇਆ ਦਾ ਭੇਤ ਲੈ ਲਿਆ। 10 ਦੁਆਰਾਂ ਦਾ ਭੇਤ ਆ ਗਿਆ। ਜੇ 9 ਦੁਆਰਾਂ ਤੱਕ ਭੁੱਲੇ ਰਹੇ,
फिर नहीं। 9 दर देख जे कामन पुली, बस्त अनूप ना पाई। कहत कबीर नवे कर मुझसे, 10वें तत समाई। गोबिंद की टहल सफल एक काया, संत प्रसाद परम पद पाया। ते परम पद संतां दा संग करके, संत ज्ञान देंदे ने, गुर देंदे ने, ते उस द्वारा फिर ये परम पद प्राप्त हुंदा है। क्योंकि गोबिंद दा ज्ञान कौन देंदे ने? संत जन साधु जन रसना द्वारा। गोबिंद गुर नूं कहा है। गुर गोबिंद, गोबिंद गुरु है। क्योंकि गुर गोबिंद है, गुर ही गुरु है, ज्ञान ही गुरु है। लेकिन उस मालक दा अपना दिता वचन है, इस करके वचन ते उहदे विच कोई भेद नहीं है। गुर गोबिंद, गोबिंद गुरु है, नानक भेद ना पाई। भेद नहीं है। जन की कीनी आप सहाय, अपने जन की आप सहायता करता, आप सहाई हो जाता है। सुख पाया लग दास पाए। पहला ਆਪਾਂ ਉਹਨਾਂ ਦੇ ਦਾਸਾਂ ਕੋਲ, ਹਰੀ ਦੇ ਦਾਸਾਂ ਕੋਲ ਜਾ ਕੇ ਗਿਆਨ ਲੈ ਕੇ ਫਿਰ ਆਪ ਮਾਲਕ ਸਾਡਾ ਸਹਾਈ ਹੁੰਦਾ ਹੈ। ਪਰ ਪਹਿਲਾਂ ਉਸ ਦਾ ਗਿਆਨ ਲੈਣਾ ਪੈਂਦਾ ਹੈ। ਗਿਆਨ ਲੈ ਕੇ ਮੰਨਦੇ ਹਾਂ ਤੇ ਫਿਰ ਆਪ ਸਾਡੀ ਸਹਾਇਤਾ ਕਰਦਾ, ਆਪ ਸਹਾਈ ਹੁੰਦਾ ਹੈ। ਆਪ ਗਿਆ ਤਾਂ ਆਪੇ ਪਏ। ਜਦੋਂ ਮਨ ਦਾ ਆਪਾ ਖਤਮ ਹੋ ਜਾਂਦਾ ਹੈ, मन प्रकाश हो जाता अस्थूल। आप गया का मतलब कि मन जिहड़ा प्रकाश हो गया, अस्थूल तो प्रकाश हो गया। होया किवें? उद्यम करते मार्ग ते चलण दे नाल। ते जदों आप खत्म हो गया तो फिर सारे उही रह गया। आप गया तो आपे पए, फिर आप परमेश्वर रह गया। किरपा निदान की सरनी पए, फिर मन उस प्रभु की शरण दे विच जांदा है। आपा खत्म हो जाता है मन दा, ते फिर वही रह जाता, आपा खत्म हो गया। कबीर तू तू करता तू हुआ, मुझ में रहा ना हूँ। जब आपा परका मिट गया, जब देखो तत तू। क्योंकि जब तक मैं उदों तक वो नहीं। जिन्हों हिंदी च हम कह देंगे, पंजाबी च मैं कह देंगे। जिमें बाबा रविदास जी समझाते हैं, जब हम होते तब तू नहीं, अब तू ही मैं नहीं। भी जब मैं सी तू नहीं सी है। क्योंकि मैं उदों कदों सी जदों मन अस्थूल सी, जदों सानू अपना फेस पर अस्थूल रूप नज़र आउंदा सी, उदों वो नहीं सी। जदों ये प्रकाश हो गया तो हुण आपा खत्म हो गया, तो हुण वही है। जो चाहत सोई जब पाया। फिर जो चाहुंदे सी, मतलब कहते जब वो प्राप्त हो गया। चाहुंदे किस नूं सी? प्रकाश रूप परमेश्वर नूं। वो किवें मिलिया? आपा खत्म होए ते उस मार्ग ते चल के उद्यम करन दे नाल। ते जद वो प्राप्त हो गया, जिसनूं चाहुंदे सी, वो प्राप्त हो गया, प्रकाश रूप प्रगट हो गया। तब ढूंढन कहाँ को जाया। फिर कहते हुण ढूंढन कित्थे नूं जाइए? क्योंकि जिन्हों लभदे सी वो मिल गया। हुण ढूंढन नहीं जे किते जाना, किसी नूं जाके पुछना नहीं। पुछदा कदों है जीव? जदों मिलिया नहीं। जिवें अपना कोई खो जावे, आपां पुछदे हाँ भी फलाणे नूं देखिया तां नहीं, तुसीं इत्थे कोई बंदा तां नहीं देखिया। जदों सानूं मिल ही गया जिन्हों ढूंढदे सी, फिर आपां किसे नूं नहीं पुछदे। इदां ही जिस प्रभु नूं आपां ढूंढदे सी, जद उसनूं पा लिया तो फिर आपां फिर ढूंढण कित्थे जावांगे। इस करके समझाउंदे ने, जो चाहत सोई जब पाया। भी जद जिन्हों चाहुंदे सी उही पा लिया, तब ढूंढण कहाँ को जाया। कहंदे फिर ढूंढण कित्थे जाऊंगे, जाण दी लोड़ ही नहीं है।
ਅਸਥਿਰ ਭਏ ਬਸੇ ਸੁਖ ਆਸਣ। ਹੁਣ ਤਾਂ ਸਥਿਰ ਹੋ ਗਿਆ, ਉਸ ਆਸਣ ਲਾ ਲਿਆ ਜਿੱਥੇ ਮਾਲਕ ਵਸਦਾ ਹੈ, ਕਿਉਂਕਿ ਲੱਭ ਲਿਆ ਜਿੱਥੇ ਉਹ ਵਸਦਾ ਉਹਦੇ ਨਾਲ ਆਪਾਂ ਬਸ ਗਏ। ਗੁਰ ਪ੍ਰਸਾਦ ਨਾਨਕ ਸੁਖ ਬਾਸਨ। ਪਰ ਹੋਇਆ ਕਿਵੇਂ? ਗੁਰ ਦੀ ਕਿਰਪਾ ਦੇ ਨਾਲ। ਸੁੱਖ ਦਾ ਜਿੱਥੇ ਸੁੱਖ ਆ ਉੱਥੇ ਮਨ ਦਾ ਵਾਸ ਹੋ ਗਿਆ ਗੁਰ ਦੀ ਕਿਰਪਾ ਦੇ ਨਾਲ। ਪਰ ਗੁਰ ਦੀ ਕਿਰਪਾ ਕਿੱਥੋਂ ਹੋਈ? ਸਾਧੂ ਜਨਾਂ ਦਾ ਸੰਗ ਕੀਤਾ, ਮਨ ਦੀ ਜੋਤ ਪ੍ਰਗਟ ਹੋਈ, ਗਿਆਨ ਲਿਆ, ਫਿਰ ਉਸ ਗਿਆਨ ਨੂੰ ਕਮਾਇਆ, ਗੁਰ ਨੂੰ ਕਮਾ ਕੇ ਮਾਰਗ 'ਤੇ ਚੱਲੇ, ਉਦਮ ਕਰਿਆ, ਅਤੇ ਇੱਦਾਂ ਫਿਰ ਉੱਥੇ ਵਾਸਾ ਹੋ ਗਿਆ ਜਿੱਥੇ ਆਪ ਮਾਲਕ ਬਸਦਾ ਹੈ, ਜਿਹਨੂੰ ਥਿਰ ਕਰਕੇ ਦਿੰਦੇ ਹਨ, ਜਿੱਥੇ ਮਨ ਸਥਿਰ ਹੋ ਜਾਂਦਾ ਹੈ, ਆਵਾਜਾਵਣ ਤੋਂ, ਚੱਲਣ ਤੋਂ ਰਹਿਤ ਹੋ ਜਾਂਦਾ ਹੈ। ਜਿੱਥੇ ਮਹਾਰਾਜ ਸਮਝਾਉਂਦੇ ਨੇ ਵੀ ਨਾ ਉੱਥੇ ਪੌਣ ਉਡਾ ਸਕਦੀ ਹੈ, ਨਾ ਪਾਣੀ ਡੋਬ ਸਕਦਾ ਹੈ, ਅਤੇ ਨਾ ਅਗਨ ਜਲਾ ਸਕਦੀ ਹੈ, ਕਿਉਂਕਿ ਉੱਥੇ ਸਿਰ ਪ੍ਰਕਾਸ਼ ਹੈ। ਆਓ ਅਗਲੇ ਸ਼ਬਦ ਦੀ ਵਿਚਾਰ ਕਰਦੇ ਹਾਂ। ਗੌੜੀ ਰਾਗ ਦੇ ਵਿੱਚ ਮਹੱਲਾ ਪੰਜਵੇਂ ਦਾ ਸ਼ਬਦ ਹੈ। ਰਹੋ ਪੰਗਤੀਆਂ ਨੇ। ਸਗਲ ਪਵਿੱਤ ਗੁਣ ਗਾਏ ਗੋਪਾਲ, ਪਾਪ ਮਿਟੈ ਸਾਧੂ ਸਰਨ ਦਇਆਲ। ਜਿਹੜੇ ਉਸ ਪ੍ਰਭੂ ਦੇ ਗੁਣ ਗਾਉਂਦੇ ਨੇ, ਗੋਪਾਲ ਦੇ, ਕਦੋਂ ਗਾਉਂਦੇ ਨੇ? ਪਹਿਲਾਂ ਉਸ ਨੂੰ ਧਿਆਉਂਦੇ ਨੇ। ਜਦ ਤੱਕ ਆਪਾਂ ਉਸ ਨੂੰ ਧਿਆਇਆ ਨਹੀਂ, ਉਸ ਨੂੰ ਜਾਣਿਆ ਨਹੀਂ, ਅਤੇ ਜੇ ਗੁਣ ਗਾਵਾਂਗੇ ਵਿਅਰਥ ਹੈ। ਜਦ ਤੱਕ ਦੇਖਿਆ ਹੀ ਨਹੀਂ ਹੈ, ਬਿਨਾਂ ਜਾਣੇ ਕਿਸੇ ਨੂੰ ਉਸ ਦੀਆਂ ਗੱਲਾਂ ਕਰਾਂਗੇ, ਵਿਅਰਥ ਹੈ। ਆਪਣੇ ਵਾਸਤੇ ਵਿਅਰਥ ਨੇ, ਜਿਹੜਾ ਸੁਣੇਗਾ ਉਸ ਦੇ ਵਾਸਤੇ ਵੀ ਵਿਅਰਥ ਨੇ। ਜਾਂ ਜੇ ਆਪਾਂ ਜਾਣ ਲਿਆ, ਦੂਜੇ ਨੂੰ ਸੁਣਾਈ ਜਾਈਏ ਜਿਵੇਂ ਸੰਸਾਰ ਦੇ ਵਿੱਚ ਚੱਲ ਰਿਹਾ, ਉਸ ਦੇ ਵਾਸਤੇ ਫਿਰ ਵੀ ਵਿਅਰਥ ਨੇ। ਇਸ ਕਰਕੇ ਉਸ ਨੂੰ ਨਾਲ ਜਾਣਨਾ ਹੈ। ਜਿਵੇਂ ਆਪਾਂ ਰੋਜ਼ ਉਸ ਦੀ ਪਹਿਚਾਣ ਕਰਦੇ ਹਾਂ ਅਤੇ ਫਿਰ ਉਸ ਦੀਆਂ ਗੱਲਾਂ ਕਰਦੇ ਹਾਂ। ਇਸ ਕਰਕੇ ਜੇ ਅਸੀਂ ਜਾਣਿਆ ਨਹੀਂ, ਫਿਰ ਕਰਦੇ ਵਿਅਰਥ ਹਾਂ। ਇਸ ਕਰਕੇ ਜਿਨ੍ਹਾਂ ਉਹਨੂੰ ਜਾਣ ਲਿਆ, ਧਿਆ ਲਿਆ, ਉਹ ਪਵਿੱਤ ਹੋ ਜਾਂਦੇ ਨੇ, ਅਤੇ ਜਿਹੜੇ ਫਿਰ ਉਹਨੂੰ ਸੁਣਦੇ ਨੇ ਉਹ ਵੀ ਪਵਿੱਤ ਹੋ ਜਾਂਦੇ ਨੇ। ਜਿਸ ਨੂੰ ਆਪਾਂ ਰੋਜ਼ ਪੜ੍ਹਦੇ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਸੰਗਤ ਸਬਾਈਆ। ਕਹਿੰਦੇ ਪਵਿੱਤ, ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹਿਣ ਵਾਲਾ ਜੇ ਪਵਿੱਤਰ ਹੈ, ਫਿਰ ਸੁਣਨ ਵਾਲੇ ਵੀ ਪਵਿੱਤਰ ਹੋ ਜਾਂਦੇ। ਜਿਹੜੇ ਸੁਣ ਕੇ ਮਨ 'ਚ ਵਸਾ ਲੈਂਦੇ ਪਵਿੱਤਰ ਹੋ ਜਾਂਦੇ, ਕਿਉਂਕਿ ਜਿਹੜਾ ਕਹਿਣ ਵਾਲਾ ਉਹਨੇ ਆਪਣੇ ਮਨ 'ਚ ਉਸ ਨੂੰ ਵਸਾਇਆ ਹੋਇਆ ਹੈ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਜਿਹੜੇ ਗੁਰਮੁਖ ਹਰੀ ਨੂੰ ਧਿਆਉਂਦੇ ਨੇ ਉਹ ਪਵਿੱਤ ਨੇ। ਉਹ ਕਹਿੰਦੇ ਨੇ, ਜਿਹੜੇ ਸੁਣ ਕੇ ਉਹਨੂੰ ਮਨ 'ਚ ਵਸਾ ਲੈਂਦੇ ਉਹ ਵੀ ਪਵਿੱਤ ਹੋ ਜਾਂਦੇ। ਸੰਗਤ ਵੀ ਪਵਿੱਤ ਹੋ ਜਾਂਦੀ, ਮਾਤਾ ਪਿਤਾ ਵੀ ਪਵਿੱਤ ਹੋ ਜਾਂਦਾ, ਕੁਟੰਬ ਵੀ ਪਵਿੱਤ ਹੋ ਜਾਂਦਾ ਹੈ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ। ਇਸ ਕਰਕੇ ਸਮਝਾਉਂਦੇ ਨੇ ਸਤਿਗੁਰੂ ਜੀ ਬਈ ਗਾਉਣੇ ਅਤੇ ਸੁਣਨੇ, ਕੋ ਗਾਵੈ ਕੋ ਸੁਣੈ, ਕੋ ਕਰੇ ਵਿਚਾਰ, ਕਉ ਦ੍ਰਿੜੈ। ਕੋਈ ਸੁਣਾਉਂਦਾ ਹੈ, ਕੋਈ ਸੁਣਦਾ, ਕੋਈ ਉਸ ਨੂੰ ਦ੍ਰਿੜ ਕਰਦਾ ਹੈ, ਵਿਚਾਰ ਕਰਦਾ ਹੈ, ਅਤੇ ਉਹਨਾਂ ਸਾਰਿਆਂ ਦਾ ਉਧਾਰ ਹੁੰਦਾ ਹੈ। ਕਹੇ ਕਬੀਰ ਸਹਿਸਾ ਨਹੀਂ, ਤਿਸ ਕਾ ਹੋਏ ਉਧਾਰ। ਵੀ ਉਧਾਰ ਸਾਰਿਆਂ ਦਾ ਹੋਏਗਾ, ਚਾਹੇ ਸੁਣਦਾ, ਚਾਹੇ ਕੋਈ ਗਾਉਂਦਾ ਹੈ, ਚਾਹੇ ਵਿਚਾਰ ਕਰਦਾ ਹੈ, ਚਾਹੇ ਉਸ ਨੂੰ ਦ੍ਰਿੜ ਕਰਦਾ ਹੈ। ਕੋ ਜਪੈ ਕੋ ਦ੍ਰਿੜੈ, ਤਿਸ ਕਾ ਹੋਏ ਉਧਾਰ। ਉਹਨਾਂ ਦਾ ਉਧਾਰ ਹੋ ਜਾਂਦਾ ਹੈ।
ਪਾਪ ਮਿਟੈ ਸਾਧੂ ਸਰਨ ਦਿਆਲ। ਸਾਧੂ ਜਨਾਂ ਦੀ ਸ਼ਰਨ ਦੇ ਵਿੱਚ ਜਾ ਕੇ, ਕਿਉਂਕਿ ਸਾਧੂ ਜਨਾਂ ਦੀ ਸ਼ਰਨ ਜਿੱਥੇ ਸਾਧੂ ਜਨ ਨੇ ਉੱਥੇ ਆਪ ਮਾਲਿਕ ਵੀ ਹਾਜ਼ਰ ਹੈ, ਕਿਉਂਕਿ ਸਾਧੂ ਜਨਾਂ ਦੇ ਹਿਰਦੇ 'ਚ ਵੀ ਵਸਦਾ ਹੈ, ਸਾਧੂ ਜਨਾਂ ਦੀ ਮੁਖ ਤੋਂ ਰਸਨਾ ਤੋਂ ਵੀ ਬੋਲਦਾ ਹੈ। ਜਿੱਥੇ ਸਾਧੂ ਉਸ ਪ੍ਰਭੂ ਦੇ ਗੁਣ ਗਾਉਂਦਾ ਹੈ ਉੱਥੇ ਮਨ ਜੁੜਦਾ ਹੈ। ਜਹ ਕੀਰਤਨ ਤੇਰਾ ਸਾਧੂ ਗਾਵੈ, ਤਹ ਮੇਰਾ ਮਨ ਲਾਗੈ। ਪਰ ਕਿਹਨਾਂ ਨੂੰ ਇਹ ਚੰਗੀ ਲੱਗਦੀ? ਜਿਹਦੇ ਨਾਲ ਨਾਲ ਕਮਾਉਂਦੇ ਨੇ। ਜਿਹੜੇ ਇਕੱਲਾ ਸੁਣਦੇ ਨੇ, ਕਿਉਂਕਿ ਉਹ ਸੁਣ ਤਾਂ ਲੈਂਦੇ ਪਰ ਉਹਨਾਂ ਨੂੰ ਵਿਸ਼ਵਾਸ ਨਹੀਂ ਆ ਸਕਦਾ, ਉਹ ਭਰਮ ਦੇ ਵਿੱਚ ਨੇ। ਉਹਨਾਂ ਨੂੰ ਇਹ ਗੱਲਾਂ ਅਚਰਜ ਲੱਗਦੀਆਂ ਨੇ ਵੀ ਕਿਵੇਂ ਹੋ ਸਕਦਾ ਹੈ। ਪਰ ਜਿਹੜੇ ਜਾਣਦੇ ਨੇ ਭਗਤੀ ਨੂੰ, ਉਹਨਾਂ ਵਾਸਤੇ ਅਚਰਜ ਨਹੀਂ ਹੈ। ਉਹਨਾਂ ਵਾਸਤੇ ਇਹ ਗੱਲਾਂ ਜਿਵੇਂ ਆਪਾਂ ਕਹਿ ਦਿੰਦੇ ਕਿ ਮਨ ਸਮਾ ਗਿਆ, ਉਹਦਾ ਰੂਪ ਹੋ ਗਿਆ। ਜਿਹੜੇ ਕਰਦੇ ਨੇ ਉਹਨਾਂ ਵਾਸਤੇ ਅਚਰਜ ਨਹੀਂ, ਜਿਹੜੇ ਨਹੀਂ ਕਰਦੇ, ਜਿਹੜੇ ਜਾਣਦੇ ਨੇ ਉਹਨਾਂ ਵਾਸਤੇ ਇਹ ਅਚਰਜ ਹੈ। ਉਹਨਾਂ ਦੇ ਮੰਨਣ ਦੇ ਵਿੱਚ ਨਹੀਂ ਆਉਂਦਾ, ਉਹ ਵਿਸ਼ਵਾਸ ਨਹੀਂ ਕਰ ਸਕਦੇ। ਜਿਵੇਂ ਬਾਬਾ ਕਬੀਰ ਜੀ ਸਮਝਾਉਂਦੇ ਨੇ ਵੀ ਜਿਹੜੇ ਜਾਣਦੇ ਨੇ ਭਗਤੀ ਨੂੰ, ਜੋ ਜਨ ਭਾਉ ਭਗਤ ਕਿਛ ਜਾਣੈ, ਤਾਕੋ ਅਚਰਜ ਕਾਹੋ। ਵੀ ਉਹਨੂੰ ਫਿਰ ਅਚਰਜ ਨਹੀਂ, ਜਿਹੜਾ ਭਾਉ ਭਗਤੀ ਜਾਣਦਾ ਹੈ ਕੋਈ। ਕਾਹਦਾ ਅਚਰਜ ਨਹੀਂ ਹੈ ਉਹ ਫਿਰ ਦੱਸਦੇ ਅੱਗੇ, ਕਹਿੰਦੇ ਜੂੰ ਜਲ ਮੈਂ ਪੈਸ ਨ ਨਿਕ, ਜੂੰ ਜਲ ਮੈਂ ਪੈਸ ਨ ਨਿਕਸੈ। ਵੀ ਜਿਵੇਂ ਪਾਣੀ ਇੱਕ ਦੂਜੇ 'ਚ ਪਾ ਦਈਏ, ਫਿਰ ਆਪਾਂ ਕਹੀਏ ਵੀ ਇੱਕ ਬੂੰਦ ਪਾਣੀ ਦੀ ਗਲਾਸ 'ਚ ਪਾਤੀ ਅਤੇ ਆਪਾਂ ਕਹੀਏ ਉਸੇ ਬੂੰਦ ਨੂੰ ਅੱਡ ਕਰ ਲਵਾਂਗੇ, ਨਹੀਂ ਕਰ ਸਕਦੇ, ਕਿਉਂਕਿ ਉਹਦੇ 'ਚ ਮਿਕਸ ਹੋ ਗਈ, ਉਹ 'ਚ ਸਮਾ ਗਈ। ਇੱਦਾਂ ਹੀ ਕਹਿੰਦੇ ਅਸੀਂ ਉਹ 'ਚ ਸਮਾ ਗਏ। ਜਿਉਂ ਜਲ ਮੈਂ ਪੈਸ ਨ ਨਿਕਸੈ, ਤਿਉਂ ਢੁਰ ਮਿਲਿਓ ਜੁਲਾਹੋ। ਵੀ ਇੱਦਾਂ ਅਸੀਂ ਉਸ ਪ੍ਰਭੂ ਦੇ ਵਿੱਚ ਪਾਣੀ ਦੀ ਤਰ੍ਹਾਂ ਮਿਲ ਗਏ, ਅਸੀਂ ਹੁਣ ਨਿਕਲ ਨਹੀਂ ਸਕਦੇ, ਅਸੀਂ ਉਹਦਾ ਰੂਪ ਹੋ ਗਏ, ਉਹਦੇ 'ਚ ਸਮਾ ਗਏ। ਪਰ ਇਹ ਗੱਲਾਂ ਉਹਨਾਂ ਨੂੰ ਨਹੀਂ ਅਚਰਜ ਲੱਗਦੀਆਂ ਜਿਹੜੇ ਕੁਛ ਜਾਣਦੇ ਨੇ, ਜਿਹੜੇ ਭਾਉ ਭਗਤ ਜਾਣਦੇ ਨੇ। ਜਿਹੜੇ ਨਹੀਂ ਜਾਣਦੇ, ਜਿਹੜੇ ਸਿਰਫ ਸੁਣਨ ਤੱਕ ਹੀ ਨੇ, ਉਹਨਾਂ ਨੂੰ ਇਹ ਗੱਲਾਂ ਅਚਰਜ ਲੱਗਦੀਆਂ ਨੇ, ਉਹਨਾਂ ਨੂੰ ਮੰਨਣ ਦੇ ਵਿੱਚ ਨਹੀਂ ਆਉਂਦੀਆਂ, ਵਿਸ਼ਵਾਸ ਨਹੀਂ ਕਰ ਸਕਦੇ। ਗੁਰਬਾਣੀ ਲੇਕਿਨ ਵਾਰ ਵਾਰ ਇਹ ਸਾਨੂੰ ਦ੍ਰਿੜ ਕਰਵਾਉਂਦੀ ਹੈ। ਹੁਣ ਸਮਝਾਉਂਦੇ ਨੇ, ਸ਼ਬਦ ਸ਼ੁਰੂ ਕਰਦੇ ਹਾਂ। ਕੋਟ ਮੱਜਨ ਕੀਨੋ ਇਸ਼ਨਾਨ। ਜਦੋਂ ਮਨ ਸਾਡਾ ਨਾਮ ਦੇ ਵਿੱਚ ਸਾਧੂ ਜਨਾਂ ਦਾ ਸੰਗ ਕਰਦਾ ਹੈ, ਜਿੱਥੇ ਪਾਪ ਮਿਟ ਗਏ, ਮਨ ਪ੍ਰਕਾਸ਼ ਹੋ ਗਿਆ, ਕਿਉਂਕਿ ਪਾਪਾਂ ਦੀ ਮੈਲ ਲੱਗੀ ਸੀ। ਜਿੱਥੇ ਸਾਧੂ ਜਨਾਂ ਦਾ ਸੰਗ ਕਰਨ ਨਾਲ ਮੁੱਖ ਉਜਲ ਹੋ ਜਾਂਦਾ ਹੈ, ਪਾਪ ਖਤਮ ਹੋ ਜਾਂਦਾ ਹੈ। ਸਾਧ ਸੰਗ ਮੁੱਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਸਾਧ ਕੇ ਸੰਗ ਮਿਟਿਆ ਅਭਿਮਾਨ, ਸਾਧ ਕੇ ਸੰਗ ਪ੍ਰਗਟੇ ਸੋ ਗਿਆਨ। ਉੱਥੇ ਫਿਰ ਇਹ ਜਦੋਂ ਪਾਪ ਖਤਮ ਹੋ ਜਾਂਦਾ ਹੈ, ਮਨ ਨਿਰਮਲ ਹੋ ਜਾਂਦਾ, ਇਸ਼ਨਾਨ ਹੋ ਜਾਂਦਾ ਹੈ, ਫਿਰ ਇਹ ਸਮਝ ਲਓ ਵੀ ਜੇ ਆਪਾਂ ਕਰੋੜਾਂ ਵਾਰੀ ਸੰਸਾਰ ਦੇ ਵਿੱਚ ਸਰੀਰਕ ਇਸ਼ਨਾਨ ਵੀ ਕਰ ਲੈਂਦੇ ਤਾਂ ਵੀ ਮਨ ਨੇ ਨਿਰਮਲ ਨਹੀਂ ਸੀ ਹੋਣਾ। ਕਰੋੜਾਂ ਇਸ਼ਨਾਨਾਂ ਦੇ ਬਰਾਬਰ ਹੈ, ਉਹ ਵੀ ਉੱਥੇ ਤੱਕ ਨਹੀਂ ਪਹੁੰਚਦੇ। ਕਰੋੜਾਂ ਕੋਟ ਮਜਨ ਕੀਨੋ ਇਸ਼ਨਾਨ, ਲੱਖ ਅਰਬ ਖਰਬ ਦੀਨੋ ਦਾਨ। ਇਹ ਸਮਝ ਲਓ ਵੀ ਜਦੋਂ ਆਪਾਂ ਨਾਮ ਦੇ ਵਿੱਚ ਮਨ ਨੇ ਇਸ਼ਨਾਨ ਕਰ ਲਿਆ, ਨਾਮ ਦੀ ਸਿਫਤ ਸਲਾਹ ਕਰ ਲਈ, ਆਪਾਂ ਕਿੰਨਾ ਕੁ ਦਾਨ ਕਰਤਾ, ਕਿੱਡਾ ਵੱਡਾ ਦਾਨ ਹੋ ਗਿਆ। ਲੱਖ ਅਰਬ ਖਰਬ ਦੀਨੋ ਦਾਨ, ਵੀ ਐਡਾ ਦਾਨ ਅਸੀਂ ਕਰ ਦਿੱਤਾ। ਸਿਰਫ ਕਾਹਦੇ ਨਾਲ? ਸਾਧੂ ਜਨਾਂ ਦਾ ਸੰਗ ਕਰਕੇ ਮਨ ਨੂੰ ਨਿਰਮਲ ਕਰਨ ਦੇ ਨਾਲ। ਸਾਧੂ ਜਨਾਂ ਦਾ ਸੰਗ ਕੀਤਾ, ਜਦੋਂ ਮਨ ਨਿਰਮਲ ਹੋ ਗਿਆ, ਪ੍ਰਕਾਸ਼ ਹੋ ਗਿਆ, ਮਨ ਦੀ ਮੈਲ ਖਤਮ ਹੋ ਗਈ, ਕਰੋੜਾਂ ਇਸ਼ਨਾਨ ਹੋ ਗਏ ਸਾਡੇ, ਅਤੇ ਲੱਖਾਂ
ਅਰਬ ਖਰਬ ਤੱਕ ਆਪਣਾ ਦਾਨ ਹੋ ਗਿਆ। ਇੱਥੇ ਤੱਕ ਵੀ ਕਹਿ ਦਿੱਤਾ ਗੁਰਬਾਣੀ 'ਚ ਤਾਂ ਇੰਨਾ ਦਾਨ ਕੀਤਾ ਵੀ ਨਾਮ ਦੇ ਬਰਾਬਰ ਨਹੀਂ ਪਹੁੰਚਦਾ। ਜਾ ਮਨ ਵਸਿਓ ਹਰ ਕੋ ਨਾਮ, ਜਿਨ੍ਹਾਂ ਦੇ ਮਨ ਦੇ ਵਿੱਚ ਹਰੀ ਦਾ ਨਾਮ ਵਸ ਗਿਆ, ਜਿਨ੍ਹਾਂ ਨੇ ਨਾਮ ਦੇ ਵਿੱਚ ਇਸ਼ਨਾਨ ਕਰ ਲਿਆ, ਉਹ ਨਾ ਸਮਝ ਲਓ ਵੀ ਇੱਕ ਨਹੀਂ ਕਰੋੜਾਂ ਇਸ਼ਨਾਨ ਕਰ ਲਏ, ਲੱਖਾਂ ਅਰਬ ਖਰਬ ਰੁਪਈਆ ਦਾਨ ਕਰ ਦਿੱਤਾ ਜਦੋਂ ਨਾਮ ਮਨ ਦੇ ਵਿੱਚ ਵਸ ਗਿਆ। ਵਸਿਆ ਕਿਵੇਂ? ਸਾਧੂ ਜਨਾਂ ਦਾ ਸੰਗ ਕਰਕੇ। ਬਹੁਤ ਉਰਦ ਤਪ ਸਾਧਨ ਸਾਧੇ, ਇੱਕ ਨਹੀਂ ਉਰਦ ਮੁਖ, ਜਿਵੇਂ ਆਮ ਲੋਕ ਲਟਕਦੇ ਨੇ ਸਰੀਰ ਕਰਕੇ, ਕਿਉਂਕਿ ਗੁਰਬਾਣੀ 'ਚ ਉਰਦ ਮੁਖ ਦੀ ਗੱਲ ਆਉਂਦੀ ਹੈ। ਲੇਕਿਨ ਇੱਥੇ ਆਪਾਂ ਕਿਸ ਨੂੰ ਲਟਕਾਉਂਦੇ? ਮਨ ਨੂੰ। ਉਰਦ ਮੁਖ ਕਿਸ ਨੂੰ ਕਰਦੇ? ਮਨ ਨੂੰ। ਤੇ ਲੋਕ ਸਰੀਰ ਕਰਕੇ। ਮਹਾਰਾਜ ਕਹਿੰਦੇ ਆਪਾਂ ਕੀ ਕਰ ਲਿਆ? ਬਹੁਤ, ਇੱਕ ਨਹੀਂ, ਆਪਾਂ ਇਹ ਸਾਧਨ ਸਾਧ ਲਏ, ਸਮਝ ਲਓ ਜੇ ਮਨ ਦੇ ਵਿੱਚ ਨਾਮ ਵਸ ਗਿਆ। ਅਨੇਕ ਲਾਭ ਮਨੋਰਥ ਲਾਦੇ, ਇੱਕ ਨਹੀਂ ਬਹੁਤ ਸਾਨੂੰ ਲਾਭ ਪ੍ਰਾਪਤ ਹੋਇਆ, ਬਹੁਤ ਮਨੋਰਥ ਸਾਡੇ ਪੂਰੇ ਹੋ ਗਏ ਨਾਮ ਮਨ ਦੇ ਵਿੱਚ ਵਸਣ ਦੇ ਨਾਲ। ਸਾਡੇ ਮਨ ਦੇ ਇੱਕ ਨਹੀਂ ਅਨੇਕਾਂ ਮਨੋਰਥ ਪੂਰੇ ਹੋ ਗਏ, ਕਿਉਂਕਿ ਮਨੋਰਥ ਹੀ ਕੀ ਸੀ? ਨਾਮ ਨੂੰ ਜਾਣਨਾ, ਨਾਮ ਨੂੰ ਬੁੱਝਣਾ, ਨਾਮ ਨੂੰ ਧਿਆਉਣਾ, ਨਾਮ ਨੂੰ ਮਨ 'ਚ ਵਸਾਉਣਾ, ਨਾਮ ਦੇ ਵਿੱਚ ਆਪ ਵਸਣਾ ਸਮਾਉਣਾ, ਇਹ ਮਨੋਰਥ ਸੀ ਆਪਣਾ। ਹਰ ਹਰ ਨਾਮ ਰਸਨ ਅਰਾਧੇ, ਰਸਨਾ ਦੁਆਰਾ ਅਰਾਧਨਾ, ਪਹਿਲਾਂ ਉਹ 'ਚ ਸਮਾਉਣਾ, ਉਹ 'ਚ ਵਸਣਾ, ਨਾਮ ਨੂੰ ਮਨ 'ਚ ਵਸਾਉਣਾ, ਫਿਰ ਰਸਨਾ ਦੁਆਰਾ ਉਹਦਾ ਗਿਆਨ ਦੇਣਾ। ਇੰਨਾ ਸਾਰੇ ਮਨੋਰਥ ਸਮਝ ਲਓ ਪੂਰੇ ਹੋ ਗਏ। ਸਿਮਰਤ ਸ਼ਾਸਤ ਵੇਦ ਬਖਾਨੇ, ਜੋਗ ਗਿਆਨ ਸਿੱਧ ਸੁਖ ਜਾਨੇ, ਨਾਮ ਜਪਤ ਪ੍ਰਭ ਸਿਉ ਮਨ ਮਾਨੇ। ਹੁਣ ਨਾਮ ਜਦੋਂ ਗਿਆਨ ਲੈਂਦੇ ਹਾਂ, ਜਿਨ੍ਹਾਂ ਦਾ ਸੁਣ ਕੇ ਮਨ ਮੰਨ ਜਾਂਦਾ ਹੈ, ਨਾਮ ਦਾ ਗਿਆਨ ਲਿਆ, ਨਾਮ ਨੂੰ ਸੁਣਿਆ, ਗੁਰ ਦਾ ਗਿਆਨ ਲਿਆ, ਸੁਣ ਕੇ ਮੰਨਿਆ। ਜੇ ਸਿਰਫ ਸੁਣਿਆ ਤਾਂ ਨਹੀਂ, ਜੇ ਸੁਣ ਕੇ ਮੰਨ ਲਿਆ, ਫਿਰ ਮਹਾਰਾਜ ਸਮਝਾਉਂਦੇ ਨੇ ਕਿ ਫਿਰ ਜਿਹੜੇ ਸਿਮਰਤ ਸ਼ਾਸਤਰ ਵੇਦ, ਇਹਨਾਂ ਦਾ ਵੀ ਗਿਆਨ ਹੋ ਜਾਂਦਾ ਹੈ। ਜੋਗ ਗਿਆਨ ਸਿੱਧ ਸੁਖ ਜਾਨੇ, ਗਿਆਨ ਜੁੜਨ ਦਾ, ਪ੍ਰਭੂ ਦੇ ਨਾਲ ਜੋ ਕਰਨ ਦਾ, ਜਿੱਥੇ ਸਾਨੂੰ ਇਹ ਸਿੱਧੀ ਪ੍ਰਾਪਤ ਹੋ ਜਾਂਦੀ ਹੈ, ਨਾਮ ਨੂੰ ਧਿਆਉਣ ਦੀ ਸੋਝੀ ਆਉਂਦੀ ਹੈ, ਸੁਖ ਪ੍ਰਾਪਤ ਹੁੰਦਾ ਹੈ। ਨਾਮ ਜਪਤ ਪ੍ਰਭ ਸਿਉ ਮਨ ਮਾਨੇ, ਜੇ ਨਾਮ ਦਾ ਗਿਆਨ ਲੈ ਕੇ ਮਨ ਮੰਨ ਜਾਵੇ, ਫਿਰ ਆਪਾਂ ਸਾਰੇ ਸ਼ਾਸਤਰ ਵੇਦਾਂ ਨੂੰ ਪੜ੍ਹ ਸਕਦੇ ਹਾਂ, ਵਿਖਿਆਨ ਕਰ ਸਕਦੇ ਹਾਂ, ਤੇ ਸਾਨੂੰ ਯੋਗ ਦਾ ਗਿਆਨ, ਧਿਆਨ ਦਾ ਮਾਰਗ ਸਾਰਾ ਭੇਤ ਆ ਜਾਂਦਾ ਹੈ। ਅਗਾਧ ਬੋਧ ਹਰ ਅਗਮ ਅਪਾਰੇ, ਆਪ ਹਰੀ ਅਗਮ ਹੈ, ਅਗਾਧ ਬੋਧ ਹੈ, ਅਪਾਰ ਹੈ, ਜਿਸ ਦਾ ਪਾਰਾਵਾਰ ਨਹੀਂ ਹੈ। ਨਾਮ ਜਪਤ ਨਾਮ ਹਿਰਦੇ ਵਿਚਾਰੇ, ਨਾਮ ਨੂੰ ਕਿੱਥੇ ਵਿਚਾਰ? ਕਿੱਥੇ? ਹਿਰਦੇ ਦੇ ਵਿੱਚ। ਹਿਰਦੇ ਦੀ ਸੋਝੀ ਲੈਣੀ, ਹਿਰਦਾ ਕਿੱਥੇ ਹੈ, ਅੰਤਰਗਤ ਕੀ ਹੈ, ਉੱਥੇ ਦੀ ਵਿਚਾਰ ਕਰਨੀ ਹੈ। ਇਹ ਨਾਮ ਦਾ ਜਪਣਾ ਹੈ। ਗਿਆਨ ਲੈਣਾ ਹੈ ਹਿਰਦੇ ਦਾ, ਕਿ ਹਿਰਦੇ 'ਚ ਪ੍ਰਵੇਸ਼ ਕਿਵੇਂ ਕਰਨਾ, ਹਿਰਦੇ ਦੇ ਵਿੱਚ ਅੰਤਰਗਤ ਜਾਣਾ ਕਿਵੇਂ ਹੈ। ਆਪਾਂ ਉਸ ਹਿਰਦੇ ਨੂੰ ਕਿਵੇਂ ਜਾਣਨਾ, ਜਿਹੜਾ ਹਿਰਦਾ ਸਾਡਾ ਵਿਸ਼ਾਲ ਹੈ, ਜਿਹੜਾ ਸਾਡਾ ਦਸਵਾਂ ਦੁਆਰ ਬੇਅੰਤ ਹੈ,
ਉਸ ਦੇ ਵਿੱਚ ਆਪਾਂ ਪ੍ਰਵੇਸ਼ ਕਿਵੇਂ ਕਰਨਾ ਹੈ, ਉੱਥੇ ਦਾ ਗਿਆਨ ਲੈਣਾ ਹੀ ਇਸ ਨੂੰ ਨਾਮ ਦਾ ਆਰਾਧਨਾ, ਨਾਮ ਦਾ ਜਪਣਾ ਕਹਿ ਦਿੰਦੇ ਨੇ। ਨਾਨਕ ਕੋ ਪ੍ਰਭ ਕਿਰਪਾ ਤਾਰੇ। ਪਰ ਕੌਣ ਕਰਦਾ ਹੈ ਇਹ ਸਾਰੀ ਵਿਚਾਰ? ਜਦੋਂ ਆਪ ਮਾਲਕ ਆਪਣੇ ਜਨਾਂ ਤੇ ਕਿਰਪਾ ਕਰਦਾ ਹੈ, ਫਿਰ ਉਹ ਨਾਮ ਦੀ ਵਿਚਾਰ ਕਰਦਾ ਹੈ, ਨਾਮ ਦੀ ਸੋਝੀ ਦਿੰਦਾ ਹੈ। ਉਸ ਅਗੰਮ ਦੀ ਅਪਾਰ ਦੀ ਜਿਹੜਾ ਆਗਾਧ ਬੋਧ ਹੈ ਉਸ ਦੀ ਸੋਝੀ ਆ ਜਾਂਦੀ ਹੈ, ਅਤੇ ਸ਼ਾਸਤਰਾਂ ਦਾ ਸਿਮਰਤ ਵੇਦਾਂ ਦਾ ਭੇਤ ਆ ਜਾਂਦਾ ਹੈ, ਅਤੇ ਆਪਾਂ ਗੁਣ ਗਾਉਂਦੇ ਹਾਂ ਪ੍ਰਭੂ ਦੇ। ਅਤੇ ਆਪਾਂ ਇਹ ਸਮਝ ਸਕਦੇ ਕਿ ਅਸੀਂ ਇੰਨੇ ਸਮਾਂ ਜਿੰਨਾ ਗਾਇਆ ਉਸ ਪ੍ਰਭੂ ਦੇ ਗੁਣ, ਕਿ ਅਸੀਂ ਬਹੁਤ ਵੱਡਾ ਦਾਨ ਕਰ ਦਿੱਤਾ। ਨਾਮ ਨੂੰ ਧਿਆਉਣਾ, ਸੁਣਨਾ ਅਤੇ ਦੂਜਿਆਂ ਨੂੰ ਦੱਸਣਾ। ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ। ਸਾਰਿਆਂ ਨੂੰ ਦੱਸਣਾ, ਆਪ ਵੀ ਧਿਆਉਣਾ, ਦੂਜਿਆਂ ਨੂੰ ਦੱਸਣਾ। ਇਹ ਮਾਘ ਦੇ ਮਹੀਨੇ ਦਾ ਸਾਨੂੰ ਦੱਸਿਆ ਹੈ ਕਿ ਇਹ ਆਪਾਂ ਦਾਨ ਕਰਨਾ ਹੈ। ਜਿਸ ਨੂੰ ਦੇਵੇ ਦਇਆ ਕਰ, ਸੋਈ ਪੁਰਖ ਸੁਜਾਨ। ਜਿਨ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਘ ਸੁੱਚੇ ਸੇ ਕਾਢੀਆਂ, ਜਿਨ ਪੂਰਾ ਗੁਰ ਮਿਹਰਬਾਨ। ਸੋ ਇਹ ਜਿਹੜਾ ਨਾਮ ਧਿਆਉਣ ਦਾ, ਨਾਮ ਦੀ ਸਿਫਤ ਸਲਾਹ ਕਰਨ ਦਾ, ਸੁਣਨ ਦਾ, ਇੱਥੇ ਆਪਾਂ ਕਦੇ ਵੀ ਇਹ ਨਹੀਂ ਸਮਝਣਾ ਵੀ ਸਿਰਫ ਜਿਹੜਾ ਕਰਦਾ ਹੈ। ਜੇ ਫਰਜ਼ ਕਰੀਏ ਆਪਾਂ, ਇੱਕ ਟੀਚਰ ਹੈ, ਜੇ ਸਕੂਲ ਦੇ ਵਿੱਚ ਕੋਈ ਬੱਚਾ ਹੀ ਨਹੀਂ ਹੈ, ਟੀਚਰ ਨੂੰ ਵੀ ਤਨਖਾਹ ਕੌਣ ਦੇਵੇਗਾ? ਟੀਚਰ ਵੀ ਕਿਆ ਲਾਹਾ ਖੱਟੇਗਾ? ਕਿਉਂਕਿ ਜੇ ਟੀਚਰ ਹੈ ਤੇ ਨਾਲ ਸਿਖਿਆਰਥੀ ਵੀ ਚਾਹੀਦੇ ਨੇ। ਇੱਦਾਂ ਜੇ ਕੋਈ ਵਿਚਾਰ ਕਰਦਾ ਹੈ ਤੇ ਸੁਣਨ ਵਾਲੇ ਵੀ ਚਾਹੀਦੇ ਨੇ। ਸੁਣਾਉਣ ਵਾਲਾ ਵੀ ਤਾਂ ਹੀ ਸੁਣਾ ਸਕਦਾ ਜੇ ਸੁਣਨ ਵਾਲੇ ਹੋਣਗੇ। ਇਸ ਕਰਕੇ ਸੁਣਨ ਵਾਲੇ ਵੀ ਉਹੀ ਹੁੰਦੇ ਨੇ ਜਿਨ੍ਹਾਂ 'ਤੇ ਪ੍ਰਭੂ ਕਿਰਪਾ ਕਰਦਾ ਹੈ, ਅਤੇ ਸੁਣਾਉਣ ਵਾਲਾ ਵੀ ਉਹੀ ਹੁੰਦਾ ਹੈ ਜਿਸ 'ਤੇ ਪ੍ਰਭੂ ਕਿਰਪਾ ਕਰਦਾ ਹੈ। ਅਤੇ ਉੱਥੇ ਫਿਰ ਨਾ ਸੁਣਨ ਵਾਲੇ ਆਪਾਂ ਹੁੰਦੇ ਅਤੇ ਨਾ ਸੁਣਾਉਣ ਵਾਲੇ ਆਪਾਂ ਹੁੰਦੇ। ਉੱਥੇ ਸੁਣਾਉਣ ਵਾਲਾ ਵੀ ਆਪ ਅਤੇ ਸੁਣਨ ਵਾਲਾ ਵੀ ਆਪ, ਕਿਉਂਕਿ ਸਾਰਿਆਂ 'ਚ ਆਪ ਵਸਦਾ ਹੈ। ਉਸ ਨੂੰ ਮਹਾਰਾਜ ਸਮਝਾਉਂਦੇ ਨੇ ਕਿ ਉਹ ਜਿਹੜਾ ਮਾਲਕ ਹੈ, ਜੀ ਜੰਤ ਕੇ ਠਾਕੁਰਾ, ਆਪੇ ਵਰਤਨਹਾਰ। ਨਾਨਕ ਏਕੋ ਫਸਰਿਆ, ਦੂਜਾ ਕਹਿ ਦਿਸ਼ਟਾਰ। ਆਪ ਕਥਾ, ਆਪ ਸੁਣਨਹਾਰ, ਆਪੇ ਏਕ, ਆਪ ਵਿਸਥਾਰ। ਜਾ ਤਿਸ ਭਾਵੇ ਤਾ ਸ੍ਰਿਸ਼ਟ ਉਪਾਏ, ਆਪਣੇ ਪਾਣੇ ਲੈ ਸਮਾਏ। ਆਪ ਹੀ ਕਥਾ ਕਰਨ ਵਾਲਾ, ਆਪ ਹੀ ਸੁਣਨ ਵਾਲਾ ਹੈ। ਸਾਰਾ ਕੁਛ ਆਪ ਕਰਨ ਵਾਲਾ, ਆਪ ਪਾਲਣਹਾਰ ਹੈ। ਸੋ ਆਓ ਹੁਣ ਆਪਾਂ ਨਾਲ ਨਾਲ ਧਿਆਈਏ, ਧਿਆਨ ਲਗਾਈਏ, ਕਿਉਂਕਿ ਮਕਸਦ ਕੀ ਹੈ ਸਾਡਾ? ਧਿਆਉਣਾ। ਇਕੱਲਾ ਗਿਆਨ ਸਾਡਾ ਬੇਅਰਥ ਹੈ ਜੇ ਆਪਾਂ ਧਿਆਉਂਦੇ ਨਹੀਂ। ਜਿੰਨਾ ਮਰਜ਼ੀ ਸੁਣ ਲਈਏ, ਜਿੰਨਾ ਮਰਜ਼ੀ ਆਪਾਂ ਕਥਾ ਕਰੀ ਜਾਈਏ, ਜੇ ਆਪਾਂ ਧਿਆਨ ਨਹੀਂ ਲਗਾਉਂਦੇ ਤਾਂ ਸਾਡਾ ਕੀਤਾ ਬੇਅਰਥ ਹੈ। ਕਿਉਂਕਿ ਮੇਨ ਮਕਸਦ ਕੀ ਹੈ ਸਾਡਾ? ਧਿਆਉਣਾ। ਆਓ ਧਿਆਨ ਕਿਵੇਂ ਲਗਾਉਣਾ ਹੈ? ਆਪਾਂ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ ਸਮ ਕਰਨਾ ਜਿੱਥੋਂ ਸਵਾਸ ਦੇ ਕੇ ਮਾਲਕ ਸਾਨੂੰ ਜਿੰਦਾ ਰੱਖਦਾ ਹੈ, ਜਿੱਥੇ ਉਹ ਦਾਤੇ ਦਾ ਵਾਸਾ ਹੈ, ਜਿਸ ਨੂੰ ਗੁਰਬਾਣੀ ਦੇ ਵਿੱਚ ਪ੍ਰਾਣ ਪਤਦਾਤਾ ਕਿਹਾ ਹੈ। ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ ਸਮ ਕਰਨਾ ਹੈ। ਦੇਖਣਾ ਹੈ ਆਪਣੇ ਆਪ ਨੂੰ, ਜਿਹੜੇ ਸਾਹਮਣੇ ਉਹ ਪੱਕੇ ਸਾਮੀ ਨੇ, ਫਿਰ ਵੀ ਆਪਾਂ ਇੱਕ ਵਾਰੀ ਦੇਖ ਲੈਣਾ ਹੁੰਦਾ ਹੈ। ਕਿਉਂਕਿ ਵਿਚਰਦੇ ਸੰਸਾਰ ਦੇ ਵਿੱਚ ਜੇ ਕੋਈ ਵੱਡੀ ਗਲਤੀ ਹੋ ਜਾਵੇ ਸਾਤੇ,
तो फिर असी एक दृष्ट नहीं रह सकते, दो दृष्ट हो जाते हैं। इस करके आप अपने आप ਨੂੰ चेक करते रहना ਹੁੰਦਾ है। इस पॉइंट ਤੇ देखने वाला ਆਪਾਂ देखना है कि नक दिसता ਜਾਂ नहीं। जे नहीं दिसता ਆਪਾਂ एक दृष्ट हाँ, जे दिसदा फिर दो दृष्ट हाँ। जे दो दृष्ट हाँ फिर ਆਪਾਂ ਇਹ देखना भी ध्यान है किस पासे, सज्जे है खब्बे विचाले, क्योंकि सज्जे पासे तमोगुण, खब्बे रजोगुण ते विचाले सतोगुण है। इन्ना को ਆਪਾਂ ਪਹਿਲਾਂ परखना है। फिर आप अगे ध्यान लावांगे सामने जदों कवांगे, पहले इस पॉइंट ते लावांगे, इस तो आवाज़ देवांगे कि ध्यान सामने लैके आओ। फिर आप सामने ला लेना है, सामने देखना शुरू करना। फिर कवांगे मस्तक के सामने, फिर पलक उत्ते चुक दे। फिर जदों कवांगे सामने, फिर वापस सामने। फिर जदों कवांगे सम करो, फिर इस पॉइंट ते देखेंगे। इत दृष्टि फोकस करके इत देखना है। जे कोई नवा जीव, जे हुण उसनूं दिसदा है नख, जदों आपां ध्यान ला के फिर वापस आके देखांगे, फिर चेक करना है, देखना है। जे दिसनों हट गया तो एक दृष्ट हो गया, क्योंकि जदों एक दृष्ट हो गए सानूं अपना नख नहीं दिसेगा। आओ नेत्र सम करिए, पहला थोड़ा अपने आप नूं देखो, फिर जिमें जिमें कवांगे उमें ध्यान लगाना है। सामने लेके आओ। ध्यान मस्तक दे सामने ले जो पलक उत्ते चुक दो। फिर सामने लेके आओ। फिर सम करके दृष्टि नूं देखो, अपने आप नूं, अपने प्रकाश रूप नूं देखो। जिस किसी नूं पहला नक नज़र आउंदा सी, हुण चेक करके देखो, जे दिसनों हट गया तो एक दृष्ट हो गए। जिन्हां विश्वास, जिहड़े विश्वास दे नाल ध्यान लगाउंदे ने, उन्हां दा ध्यान परमेश्वर नूं, सतगुर नूं परसदा है, सतगुर नूं पारस गया है। तो उहदे नाल असीं, साडी दृष्टि एक हो जाती है। नीचे लाए जो ध्यान, बिल्कुल रिलैक्स देखना है।
फिर सम करके देखिए अपने आप ਨੂੰ सम करके अपने आप ਨੂੰ देखिए। फिर नीचे ले जो ध्यान। सामने लेके आइए ध्यान। मस्तक दे सामने ले जो ध्यान, पलक उत्ते चुक।
ਸਾਹਮਣੇ ਲੈ ਕੇ ਆਈਏ ਫਿਰ। नीचे ले जाते हैं। और सम करके देखे अपने आप को। वाहिगुरू जी का खालसा, वाहिगुरू जी की फतेह। सो गुरमुख प्यारिओ, इस तरीके नाल आपां ਧਿਆਉਣਾ है, देखना है अपने आप ਨੂੰ ਤੇ ਧਿਆਨ ਦੇ ਨਾਲ ਦੇਖਣਾ ਹੈ ਕਿ ਸਾਡੇ ਮੁਖ ਤੇ ਪ੍ਰਕਾਸ਼ ਆਉਂਦਾ ਹੈ। ਕਿਉਂਕਿ ਜੇ ਆਪਾਂ ਜ਼ਿਆਦਾ ਵਿਚਾਰਾਂ 'ਚ ਪੈ ਜਾਵਾਂਗੇ, ਤ੍ਰਿਗੁਣਾਂ ਦੇ ਵਿੱਚ ਧਿਆਨ ਜ਼ਿਆਦਾ ਵਿਚਰੇਗਾ ਤੇ ਫਿਰ ਆਪਣਾ ਮੁਖ ਤੇ ਆਪਾਂ ਨੂੰ ਛਾਈ ਪ੍ਰਤੀਤ ਹੋਣੀ ਸ਼ੁਰੂ ਹੋ ਜਾਏਗੀ। ਪਰ ਧਿਆਨ ਦੇ ਨਾਲ ਫਿਰ ਪ੍ਰਕਾਸ਼ ਹੋ ਜਾਏਗਾ, ਕਿਉਂਕਿ ਉਹ ਮੈਲ ਮਨ ਨੂੰ ਚਿੱਕੜ ਫਿਰ ਲੱਗ ਜਾਂਦਾ ਹੈ। ਲੇਕਿਨ ਆਪਣੇ ਕੋਲ ਅੰਮ੍ਰਿਤ ਜਲ ਹੈ, ਗਿਆਨ ਹੈ ਤੇ ਆਪਾਂ ਫਿਰ ਤੋਂ ਲੈਂਦੇ ਹਾਂ। ਇਸ ਕਰਕੇ ਜੇ ਆਪਾਂ ਇਸ ਕਾਜਲ ਦੀ ਕੋਠੜੀ 'ਚ ਵੜ ਵੀ ਜਾਈਏ, ਫਿਰ ਆਪਾਂ ਆਪਣੇ ਮਨ ਨੂੰ ਧੋ ਲੈਣਾ ਹੈ ਤੇ ਮਨ ਨੂੰ ਨਿਰਮਲ ਰੱਖਣਾ ਹੈ। ਕਿਉਂਕਿ ਨਿਰਮਲ ਮਨ ਪਰਮੇਸ਼ਰ 'ਚ ਸਮਾਉਂਦਾ ਹੈ, ਪਰਮੇਸ਼ਰ ਨੂੰ ਪਾਉਂਦਾ ਹੈ। ਜਿਸ ਨੂੰ ਮੈਲ ਹੈ ਹਉਮੈ ਦੀ, ਉਹ ਪ੍ਰਭੂ ਨੂੰ ਨਹੀਂ ਪਾਉਂਦਾ। ਆਪਣੇ ਆਪ ਨੂੰ ਕੁਛ ਜਨਾਉਣਾ ਨਹੀਂ ਹੈ, ਬਸ ਧਿਆਉਂਦੇ ਰਹਿਣਾ ਹੈ। ਆਓ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਭੁੱਲਾਂ ਹੋ ਜਾਂਦੀਆਂ ਹਨ।
ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ। ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।